ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ। ਨਾਨਕ ਹੋਸੀ ਭੀ ਸਚੁ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਸਤ ਸੰਗਤ ਦੇ ਅਮੋਲਕ ਸਮੇਂ ਬਖਸ਼ੇ ਨੇ। ਗੁਰੂ ਸ਼ਬਦ ਦੀ ਵਿਚਾਰ ਬਖਸ਼ਿਸ਼ ਕੀਤੀ ਹੈ। ਜੋ ਵੀ ਸਮੂਹ ਮਾਈ ਭਾਈ ਆਪ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਾਰੇ ਹੀ ਧੰਨਤਾ ਦੇ ਯੋਗ ਹੋ। ਉਹਦੀ ਮਿਹਰ ਹੋਈ, ਕੋਈ ਪੁਰਬਲੇ ਕੀਤੇ ਨਿਸਕਾਮ ਕਰਮਾਂ ਦਾ ਸਦਕਾ ਸਾਨੂੰ ਸੱਚਖੰਡ ਰੂਪੀ ਸਤ ਸੰਗਤ ਦੁਆਰਾ ਮਿਲਿਆ ਹੈ। ਮਹਾਰਾਜ ਕਹਿੰਦੇ ਨੇ, ਕਹੋ ਕਬੀਰ ਅਬ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। ਸਤ ਸੰਗਤ ਹੀ ਸੱਚਖੰਡ ਹੈ। ਸਤ ਸੰਗਤ ਦੁਆਰਾ ਹੀ ਸੱਚਖੰਡ ਦਾ ਦਰਵਾਜ਼ਾ ਖੁੱਲ੍ਹਣਾ। ਸਕੂਨ, ਕਿਉਂਕਿ ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ। ਇੱਕ ਨਾਮ ਦੀ, ਇੱਕ ਪਰਮੇਸ਼ਰ ਦੀ ਗੱਲ ਹੁੰਦੀ ਹੈ। ਉਹ ਸਤ ਸੰਗਤ ਹੈ, ਉਹ ਸੱਚਖੰਡ ਹੈ। ਲੜੀਵਾਰ ਕਥਾ ਦਾਤੇ ਦੀ ਕਿਰਪਾ ਦੇ ਨਾਲ ਆਪਾਂ ਵਿਚਾਰਦੇ ਹਾਂ ਹਰ ਰੋਜ਼। ਕੱਲ੍ਹ ਜੋ ਵਿਚਾਰਿਆ ਸੀ ਕਿ ਜਿਹੜੇ ਗੁਰਮੁਖਾਂ ਨੇ ਗੁਰੂ ਦੀ ਰਜਾ 'ਚ ਰਹਿਣਾ ਸਿੱਖਿਆ, ਜਿਨ੍ਹਾਂ ਨੇ ਗੁਰੂ ਦਾ ਭਾਣਾ ਮੰਨਿਆ, ਹੁਕਮ ਕਮਾਇਆ, ਜਿਨ੍ਹਾਂ ਨੇ ਜੋ ਉਪਦੇਸ਼ ਨੂੰ ਕਮਾਉਂਦੇ ਨੇ, ਬਿਖ ਹਉਮੈ ਤਜ ਬੇਕਾਰ। ਕਹਿੰਦੇ ਉਹਨਾਂ ਨੇ ਜ਼ਹਿਰ ਰੂਪੀ ਵਿਸ਼ੇ ਜਿਹੜੇ ਨੇ ਅਤੇ ਦੇਹ ਦੀ ਹੰਗਤਾ, ਹੰਕਾਰ ਜਿਹੜਾ ਹੈ, ਕਾਮ ਕ੍ਰੋਧ, ਇਹ ਵਿਕਾਰ ਜਿਹੜੇ ਨੇ ਛੱਡ ਦਿੱਤੇ ਨੇ। ਜਿਨ੍ਹਾਂ ਨੇ ਗੁਰੂ ਦਾ ਹੁਕਮ ਕਮਾ ਲਿਆ, ਜਿਨ੍ਹਾਂ ਨੇ ਉਹਦੀ ਰਜਾ 'ਚ ਰਹਿਣਾ ਸਿੱਖ ਲਿਆ। ਤੇ ਮਹਾਰਾਜ ਕਹਿੰਦੇ, ਮਨ ਹਟ ਕਿਤੇ ਉਪਾਏ ਨਾ ਛੂਟੀਐ, ਸਿਮਰਤ ਸ਼ਾਸਤਰ ਸੋਧੋ ਜਾਏ।
ਜੇਕਰ ਕਹਿੰਦੇ ਮਨ ਦੇ ਹਠ ਕਰਨ ਨਾਲ, ਹਠ ਕਹੀਏ ਜਿੱਦ, ਮਨ ਜਿੱਦ ਕਰਕੇ ਹੋਰ ਕਿੰਨੇ ਵੀ ਯਤਨ ਕਰੇ, ਉਪਾਓ ਸਾਧਨ, ਪਰ ਨਾ ਛੁੱਟੀ ਹੈ। ਗੁਰੂ ਦੇ ਉਪਦੇਸ਼ ਨੂੰ ਕਮਾਏ ਤੋਂ ਬਿਨਾ ਜੰਮਣ ਮਰਨ ਦਾ ਛੁਟਕਾਰਾ ਜਿਹੜਾ ਉਹ ਨਹੀਂ ਹੁੰਦਾ। ਭਾਵ ਮੁਕਤੀ ਹੋਰ ਕਿਸੇ ਵੀ ਯਤਨ ਨਾਲ ਨਹੀਂ ਮਿਲਦੀ, ਜੋ ਮਰਜ਼ੀ ਕਰੇ ਬੰਦਾ। ਇੱਥੋਂ ਤੱਕ ਸਿਮਰਤ ਸ਼ਾਸਤਰ ਸੁੱਧ ਹੋ ਜਾਏ, ਭਾਵੇਂ ਕੋਈ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਜਾ ਕੇ ਵਿਚਾਰ ਕਰਕੇ ਵੇਖ ਲਏ, ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ ਆ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰੂ ਬਿਨ ਗਿਆਨ ਨਾ ਹੋਏ। ਭਾਵ ਗਿਆਨੀ ਗੁਰੂ ਬਿਨ ਗਿਆਨ ਨਾ ਹੋਈ। ਅਨ ਦਿਨ ਕਰਮ ਕਰੇ ਬੋ ਤੇਰੇ, ਸੁਪਨੇ ਸੁਖ ਨਾ ਹੋਈ। ਕਰੀ ਜਾਓ ਕਰਮ ਧਰਮ ਜਿੰਨੇ ਮਰਜੀ। ਇਹ ਗਿਆਨੀ ਅਖਵਾਉਣ ਵਾਲੇ ਬੰਦੇ, ਗੁਰੂ ਤੋਂ ਬਿਨਾਂ ਗਿਆਨ ਨਹੀਂ। ਅਨ ਦਿਨ ਕਰਮ ਕਰੇ ਬੋ ਤੇਰੇ। ਆ ਜਿਹੜਾ ਤੂੰ ਦਿਨ ਰਾਤ ਕਰਮ ਧਰਮ ਕਰਦਾ ਨਾ, ਇਹਨਾਂ ਨਾਲ ਸੁਪਨੇ ਸੁਖ ਨਾ ਹੋਈ। ਸੁਪਨੇ ਦੇ ਵਿੱਚ ਵੀ ਸੁਖ ਨਹੀਂ ਮਿਲਦਾ, ਮਨ ਦੀ ਜਿੱਦ ਨਾਲ। ਤੇ ਮਹਾਰਾਜ ਕਹਿੰਦੇ ਆ, ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਜਿਹੜੇ ਮਹਾਤਮਾ ਜਨ ਸਤਿਗੁਰਾਂ ਦਾ ਉਪਦੇਸ਼ ਕਮਾਉਂਦੇ ਨੇ, ਕਹਿੰਦੇ ਜੋ ਉਹਨਾਂ ਸਾਧੂ ਕਹੀਏ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲ ਕੇ ਨਾਮ ਨੂੰ ਜਪਣਾ ਕਰਦੇ ਨੇ ਭਾਈ, ਉਹ ਜਮਾਂ ਤੋਂ ਉਭਰੇ ਕਹੀਏ ਬਚ ਜਾਂਦੇ ਨੇ। ਉਹਨਾਂ ਦਾ ਜਮਾਂ ਤੋਂ ਬਚਾਓ ਹੋ ਜਾਂਦਾ। ਹਰਿ ਕਾ ਨਾਮ ਨਿਧਾਨ ਹੈ, ਜਿਸ ਅੰਤ ਨਾ ਪਾਰਾਵਾਰ। ਹਰੀ ਪ੍ਰਮਾਤਮਾ ਦਾ ਨਾਮ ਹੀ ਖਜ਼ਾਨਾ ਹੈ। ਜਿਸ ਨਾਮ ਰੂਪੀ ਖਜ਼ਾਨੇ ਦੇ ਪਾਰਾਵਾਰ ਕੀਏ, ਪਾਰ ਉਰਵਾਰ ਦਾ ਅੰਤ ਨਹੀਂ ਆ ਕਿ ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਸੁੱਚਾ ਹੈ, ਕਿੰਨਾ ਕੁ ਬੇਅੰਤ ਹੈ, ਕੋਈ ਪਾਰਾਵਾਰ ਨਹੀਂ। ਗੁਰਮੁਖ ਸੇਈ ਸੋਹੰਦੇ, ਜਿਨ ਕਿਰਪਾ ਕਰੇ ਕਰਤਾਰ। ਉਹ ਗੁਰਸਿੱਖ ਗੁਰਮੁਖ ਸੋਹੰਦੇ ਕੀਏ ਸੋਭਨੀਕ ਨੇ, ਸੋਹਣੇ ਨੇ, ਜਿਨ੍ਹਾਂ ਤੇ ਕਰਤਾਰ ਨੇ, ਵਾਹਿਗੁਰੂ ਨੇ ਆਪਣੀ ਮਿਹਰ ਕਿਰਪਾ ਦ੍ਰਿਸ਼ਟੀ ਕੀਤੀ ਹੈ। ਉਹ ਉਹਨਾਂ ਨੂੰ ਨਾਮ ਦੇ ਵਿੱਚ ਜੋੜ ਲੈਂਦਾ, ਜਿਨ੍ਹਾਂ ਤੇ ਮਿਹਰ ਹੋ ਗਈ ਬਾਪੂ ਦੀ। ਨਾਨਕ ਦਾਤਾ ਏਕ ਹੈ, ਦੂਜਾ ਔਰ ਨਾ ਕੋਏ। ਕਹਿੰਦੇ ਭਾਈ ਇੱਕ ਅਕਾਲ ਪੁਰਖ ਪਰਮਾਤਮਾ ਹੀ ਸਾਰਿਆਂ ਦਾ ਦਾਤਾ ਹੈ, ਦੂਜਾ ਹੋਰ ਕੋਈ ਵੀ ਨਹੀਂ। ਸੰਸਾਰ ਦੇ ਵਿੱਚ ਦਾਤਾਂ ਦੇਣ ਵਾਲਾ ਇੱਕ ਮਾਲਕ ਹੀ ਹੈ, ਰੱਬ ਤੋਂ ਬਿਨਾਂ ਹੋਰ ਕੋਈ ਨਹੀਂ। ਕੋਈ ਮੰਨੇ ਨਾ ਮੰਨੇ, ਕੋਈ ਲੱਖ ਕਹੀ ਜਾਵੇ ਮੈਂ ਕਰਦਾ, ਮੈਂ ਕਮਾਉਣਾ, ਪਰ ਦਾਤਾਂ ਦੇਣ ਵਾਲਾ ਇੱਕ ਵਾਹਿਗੁਰੂ ਹੈ। ਦਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਤੋੜ ਨਾ ਆਵਈ, ਅਗੰਤ ਭਰੇ ਭੰਡਾਰ। ਦਾਤਾਂ ਦੇਣ ਵਾਲਾ ਇੱਕ ਵਾਹਿਗੁਰੂ ਹੈ, ਦੂਜਾ ਔਰ ਨਾ ਕੋਏ, ਦੂਜਾ ਕੋਈ ਨਹੀਂ। ਫਿਰ ਕਹਿੰਦੇ ਪਰਮਾਤਮਾ ਨੂੰ ਕਿਵੇਂ ਪਾਈਂਦਾ? ਸਵਾਲ ਕੀਤਾ, ਮਹਾਰਾਜ ਜੀ ਰੱਬ ਕਿਵੇਂ ਮਿਲੇ?
ਰੱਬ ਦੀ ਪ੍ਰਾਪਤੀ ਕਿਵੇਂ ਹੋਵੇ। ਤੇ ਸਤਿਗੁਰ ਸਮਝਾਉਂਦੇ ਆ ਜੀ, ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ। ਕਹਿੰਦੇ ਗੁਰਾਂ ਦੀ ਕਿਰਪਾ ਕਰਕੇ ਪਰਮਾਤਮਾ ਮਿਲਦਾ ਹੈ, ਰੱਬ ਨੂੰ ਪਾਈਂਦਾ ਹੈ, ਪਰ ਕਰਮ ਪ੍ਰਾਪਤ ਹੋਏ ਭਾਈ। ਪੂਰਬਲੇ ਨਿਸਕਾਮ ਕਰਮਾਂ ਕਰਕੇ ਹੀ ਪਹਿਲਾਂ ਗੁਰੂ ਦੀ ਪ੍ਰਾਪਤੀ ਹੋਣੀ ਆ। ਗੁਰਾਂ ਦੀ ਕਿਰਪਾ ਕਰਕੇ ਕ੍ਰਿਸ਼ਟ ਪਤ ਦੀ ਪ੍ਰਾਪਤੀ ਹੁੰਦੀ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਪਹਿਲਾਂ ਗੁਰੂ ਮਿਲੂਗਾ, ਗੁਰੂ ਦੀ ਸਿੱਖਿਆ ਤੇ ਚੱਲ ਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ। ਪ੍ਰਾਪਤੀ ਕੀ ਹੈ? ਬਸ ਗਿਆਨ ਹੋ ਜਾਣਾ ਹੀ ਉਹਦੀ ਪ੍ਰਾਪਤੀ ਹੈ। ਧਿਆਨ ਹੋ ਜਾਣਾ ਹੀ, ਸੁਰਤ ਜੁੜ ਜਾਣੀ ਉਹਦੇ ਵਿੱਚ, ਉਹਨੂੰ ਜਾਣ ਲੈਣਾ ਹੀ ਰੱਬ ਨੂੰ ਪਾਉਣਾ ਹੈ। ਜੇ ਜਾਣਿਆ ਹੀ ਨਹੀਂ, ਜਿੰਨਾ ਟਾਈਮ ਬੰਦੇ ਦੇ ਅੰਦਰ ਦਵੈਸ਼ ਹੀਣਤਾ ਭਾਵਨਾ ਪ੍ਰੇਮੀਓ, ਰੱਬ ਨਹੀਂ ਮਿਲਦਾ, ਰੱਬ ਦੀ ਪ੍ਰਾਪਤੀ ਨਹੀਂ ਆ। ਜਦੋਂ ਇਹ ਗਿਆਨ ਹੋ ਗਿਆ, ਸਿੱਖ ਗਿਆ ਜੀ ਬੰਦਾ, ਆਪਣੇ ਅੰਦਰ ਹੀ ਉਹਨੇ ਖੋਜ ਲੈਣਾ ਕਿ ਇੰਨਾ ਕੁ ਭੁਲੇਖਾ ਹੈ ਬੰਦੇ ਨੂੰ ਕਿ ਪਾਪ ਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ। ਸਵਾਲ ਹੈ, ਕੂੜ ਦੀ ਕੰਧ ਹੈ, ਤਿਤਲੀ ਦਾ ਭੀਰੀ ਦਾ ਕਿਤਨਾ ਕੋਮਲ ਖੰਭ ਹੁੰਦਾ ਹੈ, ਇਤਨਾ ਕੁ ਪੜਦਾ ਸਾਡੇ ਤੇ ਪਰਮੇਸ਼ਰ ਦੇ ਵਿਚਾਲੇ। ਈਸ ਜੀਵ ਤੇ ਈਸ ਦੀ ਅਭੇਦਤਾ ਜਿਹੜੀ ਆ, ਜੀਵ ਤੇ ਪਰਮੇਸ਼ਰ ਦੇ ਵਿਚਾਲੇ ਜਿਹੜਾ ਪਰਦਾ ਹੈ ਬਹੁਤ ਕੋਮਲ ਹੈ, ਉਹੀ ਨਹੀਂ ਟੁੱਟਦਾ ਬੰਦੇ ਤੋਂ। ਸਵਾਲ ਪੜ੍ਹਦੇ ਸੁਣਦੇ ਆ ਨਾ ਕਿ ਕਿਉ ਸਚਿਆਰਾ ਹੋਈ ਹੈ, ਕਿਉਂ ਕੂੜਾ ਟੁੱਟੈ ਪਾਲ। ਕੂੜ ਦੀ ਕੰਧ ਜਿਹੜੀ ਹੈ ਕਿਵੇਂ ਤੋੜੀਏ, ਕਿਵੇਂ ਸੱਚੇ ਹੋਈਏ, ਇਹ ਨਹੀਂ ਟੁੱਟਦੀ। ਫਿਰ ਕਾਹੇ ਰੇਵਣ ਖੋਜਣ ਜਾਈ, ਐਵੇਂ ਬੰਦਾ ਜੰਗਲਾਂ 'ਚ ਜਾ ਜਾ ਕੇ ਲੱਭਦਾ, ਇੱਥੋਂ ਰੱਬ ਮਿਲ ਜੂ, ਪੁੱਠਾ ਲਟਕ ਲੈ, ਆਹ ਕਰ ਲੈ, ਉਹ ਕਰ ਲੈ, ਚਲੋ ਮੌਜ ਹੈ। ਪਰ ਭੁਲੇਖਾ ਰੱਖਣਾ ਮੈਂ ਹੋਰ ਹਾਂ, ਰੱਬ ਹੋਰ ਹੈ, ਦੁਨੀਆ ਹੋਰ ਹੈ, ਉਹਦੀ ਪ੍ਰਾਪਤੀ ਨਹੀਂ। ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ ਭਜ ਲਓ। ਉਹ ਤਾਂ ਅੰਦਰ ਆ, ਸਭ ਦੇ ਵਿੱਚ ਹੀ ਸਮਾਇਆ ਰਮਿਆ ਹੋਇਆ। ਜਿਸ ਦਿਨ ਇਹ ਗਿਆਨ ਹੋ ਗਿਆ ਗੁਰਮੁਖੋ, ਜਾਣ ਲਿਆ, ਸਮਝ ਲਓ ਰੱਬ ਦੀ ਪ੍ਰਾਪਤੀ ਆ, ਰੱਬ ਮਿਲ ਗਿਆ। ਔਖਾ ਬੜਾ ਐਦਾਂ ਦੀ ਭਾਵਨਾ ਬਣਾਉਣੀ। ਸਾਡੇ ਤਾਂ ਅੰਦਰ ਕੁਛ ਨਾ ਕੁਛ ਹਰ ਟਾਈਮ ਚੱਲਦਾ ਰਹਿੰਦਾ, ਕੁਛ ਨਾ ਕੁਛ। ਡੰਡੇ ਬੱਤ ਸਿੱਧੇ ਹੋਈਏ, ਡੰਡੌਤ ਬੰਧਨ ਸਿੱਧੇ, ਜਿਵੇਂ ਉਹ ਚਲਾਉਂਦਾ ਰਜਾ ਜਿਹੜੀ ਇਹਦੀ ਗੁਰੂ ਦਾ ਉਪਦੇਸ਼ ਹੈ, ਉਵੇਂ ਚੱਲੀਏ ਤਾਂ ਉਹਦੀ ਪ੍ਰਾਪਤੀ ਹੈ। ਜਾਣ ਲੈਣਾ, ਗਿਆਨ ਹੋ ਜਾਣਾ। ਤੇ ਗੁਰਮੁਖੋ ਫਿਰ ਆਪਣੇ ਤੇ ਮਾਲਕ ਦੇ ਵਿਚਾਲੇ ਜਿਹੜੀ ਅਭੇਦਤਾ ਹੈ ਉਹ ਖਤਮ ਹੋ ਜੂ। ਬੰਦੇ ਨੂੰ ਹਰ ਇੱਕ ਸ਼ੈ ਹੀ ਰੱਬ ਦਿਖਣ ਲੱਗ ਜੂਗੀ, ਆਪਣੇ ਵਿੱਚੋਂ ਹੀ ਰੱਬ ਦੇ ਦੀਦਾਰ ਹੋ ਜਾਣਗੇ, ਆਪਣੇ ਵਿੱਚੋਂ ਹੀ। ਇਹ ਸ਼ਬਦ ਦੀ ਵਿਚਾਰ ਇੱਥੇ ਸਮਾਪਤੀ ਹੈ। ਭਾਵ ਗੁਰੂ ਦੀ ਕਿਰਪਾ ਨਾਲ ਉਹਨੇ ਮਿਲਣਾ। ਪਹਿਲਾਂ ਗੁਰੂ ਮਿਲੂਗਾ ਪੂਰਬਲੇ ਕਰਮਾਂ ਕਰਕੇ। ਆ ਗੁਰੂ ਦਾ ਦੁਆਰਾ ਐਵੇਂ ਥੋੜ੍ਹੀ ਮਿਲਦਾ, ਬਾਣੀ ਪੜ੍ਹਨ ਸੁਣਨ ਨੂੰ ਐਵੇਂ ਥੋੜ੍ਹੀ ਮਿਲਦੀ ਆ। ਇਹ ਵੀ ਕੋਈ ਚੰਗੇ ਕਰਮ ਕੀਤੇ ਹੁੰਦੇ ਨੇ। ਬੜਭਾਗੀ ਹਰ ਸੰਗਤ ਪਾਵੈ, ਭਾਗਹੀਣ ਪਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਪਰ ਸਾਨੂੰ ਇਹ ਗੱਲਾਂ ਆਮ ਜੀਆਂ ਲੱਗਦੀਆਂ ਨੇ ਵੀ ਕੀ ਹੈ, ਪਰ ਗੁਰਮੁਖੋ ਬਹੁਤ ਵਾਰ ਵਿਚਾਰਿਆ, ਇਹ ਗੱਲਾਂ ਦਾ ਅੰਤ ਵੇਲੇ ਪਤਾ ਲੱਗਣਾ। ਅਸਲ ਦੇ ਵਿੱਚ ਸਤ ਸੰਗਤ ਕੀ ਹੈ, ਗੁਰੂ ਦੀ ਬਾਣੀ ਕੀ ਹੈ। ਮਹਾਰਾਜ ਐਵੇਂ ਥੋੜ੍ਹੀ ਦੇ ਕੇ ਗਏ ਨੇ ਇੰਨਾ ਖਜ਼ਾਨਾ, 1430 ਅੰਗ ਸਾਨੂੰ ਲਿਖ ਕੇ ਦੇ ਗਏ। ਆਮਦ ਹੋਈ ਪਰਮੇਸ਼ਰ ਦੀ, ਇਹ ਥੋੜ੍ਹੀ ਹੈ ਵੀ
ਵਿਆਹ ਦੇ ਕਾਰਜ ਕਰੋ, ਪਾਠ ਕਰਾਓ, ਲੰਗਰ ਲਾਓ, ਅਖੰਡ ਪਾਠ ਸਾਹਿਬ ਕਰਾਓ, ਮਰਗ ਦੇ ਭੋਗ ਪਾਲੋ ਲਓ ਜੀ, ਇੰਨੀ ਕੁ ਕੰਮ ਆ ਕੁਛ ਕਰਨ ਵਾਸਤੇ ਮਹਾਰਾਜ ਕਹਿ ਕੇ ਗਏ ਨੇ। ਬੰਦੇ ਨੇ, ਮਨੁੱਖ ਨੇ ਸੇਧ ਲੈਣੀ ਹੈ ਗੁਰਬਾਣੀ ਤੋਂ, ਜਿਉਣਾ ਕਿਵੇਂ ਹੈ, ਜ਼ਿੰਦਗੀ ਕਿਵੇਂ ਜਿਉਣੀ ਆ ਕੁਛ ਸਮਝਾ ਕੇ ਗਏ ਨੇ। ਸਾਨੂੰ ਰੋਜ਼ ਅਕਲ ਆਵੇ, ਕੁਛ ਨਾ ਕੁਛ ਮੱਤ ਲੈਣ ਆਉਂਦੇ ਆ ਰੋਜ਼, ਉਹ ਮੱਤ ਲੈ ਕੇ ਜਾਈਏ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਐਵੇਂ ਬੇਮੱਤੇ ਨਾ ਫਿਰੀਏ। ਗੁਰੂ ਦੀ ਮੱਤ ਤੋਂ ਬਿਨਾਂ ਡੁੱਬਾਂਗੇ। ਗੁਰੂ ਦੀ ਮੱਤ ਨੇ ਹੀ ਬੇੜਾ ਪਾਰ ਲਾਉਣਾ ਹੈ, ਗੁਰੂ ਦੇ ਗਿਆਨ ਨੇ। ਅਗਲਾ ਸ਼ਬਦ ਜਿਹੜਾ ਮਹਾਰਾਜ ਦਾ, ਗੁਰੂ ਅਮਰਦਾਸ ਮਹਾਰਾਜ, ਉਸ ਦੇ ਵਿੱਚ ਕੀ ਸਮਝਾਉਂਦੇ ਆ ਕਿ ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਭਾਏ। ਕਹਿੰਦੇ ਜੋ ਜੀਵ ਆਤਮਾ ਰੂਪੀ ਪੰਛੀ ਆ ਬਿਦਨ ਖੇਦ ਰੂਪੀ ਖੰਭਾਂ ਨੂੰ ਧਾਰਨ ਕਰਕੇ ਸੰਸਾਰ ਰੂਪੀ ਬਿਰਛ ਤੇ ਸੋਭਨੀਕ ਹੈ ਨਾ, ਸੁਹਾਵਣੇ ਆ, ਅਸੀਂ ਪੰਛੀ ਆ। ਸੰਸਾਰ ਰੂਪੀ ਦਰਖਤ ਹੈ, ਉਹ ਤੇ ਸੋਹਣੇ ਆ, ਸੋਭਨੀਕਾਂ ਸੋਹਣੇ ਹੋ ਰਹੇ ਆ। ਤੇ ਅਗਲਾ ਅਰਥ ਵਿਰਾਗ ਵਿਵੇਕ ਰੂਪੀ ਖੰਭਾਂ ਨੂੰ ਧਾਰਨ ਕਰਕੇ ਸਤ ਸੰਗਤ ਰੂਪੀ ਬਿਰਛ ਤੇ ਸੋਭਨੀਕ ਹੋ ਰਹੇ ਨੇ। ਇੱਕ ਉਹ ਨੇ ਜਿਹੜੇ ਬਿਦਨ ਖੇਦ ਕਰਮ ਜਿਹੜੇ ਨੇ ਖੰਭਾਂ ਨੂੰ ਧਾਰਨ ਕਰਕੇ ਸੰਸਾਰ 'ਚ ਸੋਭਨੀਕ ਨੇ, ਸੁਹਾਵੜੇ ਹੋ ਰਹੇ ਨੇ। ਇੱਕ ਬੈਰਾਗ ਤੇ ਵਿਵੇਕ ਰੂਪੀ ਖੰਭਾਂ ਨੂੰ ਧਾਰਨ ਕਰਕੇ ਸਤ ਸੰਗਤ ਰੂਪੀ ਬਿਰਛ ਵਿੱਚ ਸੋਭਨੀਕ ਹੋ ਰਹੇ ਨੇ। ਤੇ ਗੁਰੂ ਸਾਹਿਬ ਜੀ ਭਾਈ ਕਲਪਤਰ ਬਿਰਛ ਦੀ ਨਿਆਈ ਸੋਭਨੀਕ ਨੇ, ਜਿਨ੍ਹਾਂ ਨੂੰ ਅੰਮ੍ਰਿਤ ਫਲ ਲੱਗਦਾ ਹੈ। ਜਿਹੜੇ ਗੁਰੂ ਸਾਹਿਬ ਜੀ ਦੇ ਕੋਲੋਂ ਸੱਚੇ ਨਾਮ ਦਾ ਚੋਗਾ ਚੁਗਦੇ ਨੇ, ਉਹ ਗੁਰੂ ਸਾਹਿਬ ਜੀ ਨੂੰ ਭਾ ਜਾਂਦੇ ਨੇ। ਉਹਨਾਂ ਦੇ ਹਿਰਦੇ 'ਚ ਪਰਮਾਤਮਾ ਦਾ ਪ੍ਰੇਮ ਜਿਹੜਾ ਹੈ ਪੈਦਾ ਹੋ ਜਾਂਦਾ ਹੈ। ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੱਚ ਚੁਗੈ ਗੁਰ ਭਾਏ। ਗੁਰੂ ਨੂੰ ਭਾਉਣਾ ਕੀ ਹੈ? ਆ ਪਹਿਲਾਂ ਸਤ ਸੰਗਤ ਰੂਪੀ ਬਿਰਛ ਤੇ ਆਉਣਾ ਪੈਣਾ, ਬਿਰਖ ਤੇ ਦਰਖਤ ਤੇ। ਇੱਥੇ ਆ ਕਰਕੇ ਬੰਦੇ ਨੇ ਸ਼ੁਭ ਵਿਚਾਰਾਂ ਚੁਗਣੀਆਂ ਨੇ। ਸਮਝਿਓ ਧਿਆਨ ਨਾਲ, ਚੰਗੇ ਫਲ ਚੁਗਣਾ, ਸੱਚੇ ਨਾਮ ਦਾ ਚੋਗਾ ਚੁਗਣਾ, ਨਾ ਕਿ ਔਗਣ। ਉਹ ਹੁਣ ਅਸੀਂ ਵੇਖਣਾ, ਰੋੜ ਚੁਗਣੇ ਨੇ, ਰੋੜ ਬੀਜਣੇ ਨੇ, ਚੰਗੇ ਮਿੱਠੇ ਫਲ ਚੁਗਣੇ ਨੇ, ਉਹ ਲੱਭਣੇ ਨੇ। ਉਹ ਆਪਣੀ ਮਰਜ਼ੀ ਆ, ਉਹਦੀ ਪ੍ਰਾਪਤੀ ਹੈ ਸੱਚੇ ਨਾਮ ਦਾ ਚੋਗਾ ਚੁਗਣ ਨਾਲ। ਸੱਚੇ ਨਾਮ ਦਾ ਚੋਗਾ ਚੁਗਾਂਗੇ ਤਾਂ ਉਹ ਮਿਲਣਾ, ਤਾਂ ਗੁਰੂ ਨੂੰ ਭਾਵਾਂਗੇ, ਤਾਂ ਗੁਰੂ ਨੂੰ ਚੰਗੇ ਲੱਗਾਂਗੇ, ਤਾਂ ਉਹਦਾ ਦੁਆਰਾ ਮਿਲਣਾ। ਨਹੀਂ ਫਿਰ ਬੰਦਾ ਆ ਕੇ ਵੀ ਦਵੈਸ਼ਹੀਣਤਾ, ਨਿੰਦਿਆ, ਚੁਗਲੀ, ਔਗਣ ਚੁੱਕਦਾ, ਇਹ ਚੁਗਦਾ ਫਿਰਦਾ, ਤਾਂ ਇਹ ਨਾ ਫਿਰ ਸਮਝਿਓ ਕਿ ਗੁਰੂ ਨੂੰ ਭਾਵਾਂਗੇ। ਰੋਜ਼ ਇਹੀ ਸੋਚ ਕੇ ਜਿੰਦ ਡਰਦੀ ਆ ਵੀ ਇੱਕ ਨਾ ਇੱਕ ਦਿਨ ਤੱਕ ਕੀਤੇ ਕਰਮਾਂ ਦਾ ਨਿਬੇੜਾ ਹੋਣਾ। ਵੀ ਆ ਜਾ ਭਾਈ ਬੈ ਲੇਖਾ ਕਰ ਸਮਝਾਇਆ, ਔਗਣਾਂ ਦੀ ਸਾਂਝ ਕਰੀਏ। ਇਹ ਬਿਰਤੀ ਬਣਾ ਲਈ ਬੰਦੇ ਨੇ, ਪਰ ਕਰਨੀ ਆ ਗੁਣਾਂ ਦੀ ਸਾਂਝ। ਕਰੀਜੈ ਗੁਣੇ ਕੇਰੀ, ਕਰਨੀ ਤਾਂ ਪਰ ਆਦਤ ਬਣੀ ਹੈ ਕਿ ਔਗਣਾਂ ਦੀ ਸਾਂਝ ਕਰੂੰ ਮੈਂ। ਦਿਨ ਰਾਤ ਬਸ ਔਗਣੇ ਤੱਕਣੇ ਨੇ, ਚੰਗੀ ਬਿਰਤੀ ਤਾਂ ਚੱਕਣੀ ਨਹੀਂ ਕਿਸੇ ਦੀ। ਕੋਸ਼ਿਸ਼ ਕਰੀਏ ਚੰਗਾ ਵਰਤਾਵਾ ਅੰਦਰ ਰੱਖੀਏ। ਫਿਰ ਸੱਚ ਚੁਗੈ ਗੁਰ ਭਾਏ। ਕਹਿੰਦੇ ਹਿਰਦੇ 'ਚ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ, ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ ਭਾਈ। ਹਰ ਰਸ ਪੀਵੈ ਸਹਿਜ ਰਹੈ, ਉੜੈ ਨਾ ਆਵੈ ਜਾਏ। ਐਸੇ ਜੀਵ ਰੂਪੀ ਪੰਛੀ ਜਿਹੜੇ ਨੇ ਪਰਮਾਤਮਾ ਦੇ
ਆਤਮ ਰਸ ਨੂੰ ਵੀ ਪੀਣਾ ਕਰਦੇ ਨੇ ਅਤੇ ਸਦਾ ਹੀ ਸ਼ਾਂਤੀ ਵਿੱਚ ਰਹਿੰਦੇ ਨੇ। ਟਿਕਾਅ ਪੈਦਾ ਹੋ ਜਾਂਦਾ ਉਹਨਾਂ ਦੇ ਅੰਦਰ। ਫਿਰ ਉਹ ਜੀਵ ਰੂਪੀ ਪੰਛੀ ਵਾਸ਼ਨਾ ਕਰਕੇ ਉੜਦੇ ਨਹੀਂ, ਉਹ ਸੰਕਲਪਾਂ ਵਿਕਲਪਾਂ ਰੂਪੀ ਖੰਭਾਂ ਨਾਲ ਉਡਾਰੀ ਨਹੀਂ ਮਾਰਦੇ ਅਤੇ ਆਵਾਗਮਨ ਦਾ ਚੱਕਰ ਜਿਹੜਾ ਨਾ, ਭਾਵ ਜੰਮਣ ਮਰਨ ਵਿੱਚ ਉਹ ਨਹੀਂ ਆਉਂਦੇ, ਜਿਸ ਨਾਲ ਉਹ ਲੋਕ ਪਰਲੋਕ ਨਹੀਂ ਜਾਂਦੇ, ਭਾਵ ਮੁਕਤ ਹੋ ਜਾਂਦੇ ਨੇ। ਕਿਉਂਕਿ ਇੱਕ ਜਨਮ ਹੈ ਮਾਂ ਦੀ ਕੁੱਖੋਂ, ਮਾਂ ਦੇ ਪੇਟ ਚੋਂ ਸਾਡਾ ਜਨਮ ਹੋਇਆ, ਤੇ ਇੱਕ ਜਨਮ ਸਾਡਾ ਹੋਣਾ ਸਤ ਸੰਗਤ ਦੇ ਵਿੱਚੋਂ, ਜਿੱਥੋਂ ਸਾਡਾ ਆ ਜੰਮਣ ਮਰਨ ਜਿਹੜਾ ਮੁੱਕ ਜਾਣਾ ਹੈ। ਸਤ ਸੰਗਤ ਕੇ ਜਨਮ ਹੈ ਗਵਨ ਮਿਟਾਇਆ। ਆਵਾ ਗਾਉਣ ਦਾ ਚੱਕਰ ਜਿਹੜਾ, ਜਦੋਂ ਸਤ ਸੰਗਤ ਦੇ ਵਿੱਚੋਂ ਸਾਡਾ ਜਨਮ ਹੋਣਾ ਨਾ, ਸ਼ੁਭ ਕਰਮ ਕਰਨੇ ਸ਼ੁਰੂ ਕਰਾਂਗੇ ਤਾਂ ਜੰਮਣ ਮਰਨਾ ਮੁੱਕ ਜਾਣਾ ਹੈ। ਤੇ ਮਹਾਰਾਜ ਕਹਿੰਦੇ ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਉਹ ਆਪਣੇ ਨਿਜ ਸਰੂਪ ਰੂਪੀ ਘਰ ਵਿੱਚ ਟਿਕਾਣਾ ਪਾ ਲੈਂਦੇ ਨੇ ਅਤੇ ਹਰੀ ਪ੍ਰਮਾਤਮਾ ਜੋ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਉਹ ਮਿਲ ਜਾਂਦੇ ਨੇ। ਫਿਰ ਉਹ ਆਪਣੇ ਮਨ ਨੂੰ ਸਮਝਾਉਂਦੇ ਨੇ ਅੱਗੇ। ਫਿਰ ਆਪਣੇ ਮਨ ਨੂੰ ਕੀ ਗਿਆਨ ਦਿੰਦੇ ਨੇ, ਕੀ ਸਮਝਾਉਂਦੇ ਨੇ ਕਿ ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੈ ਭਾਣੈ ਜੇ ਚੱਲੈ ਤਾਂ ਅਨ ਦਿਨ ਰਾਚੈ ਹਰਿ ਨਾਏ। ਇਹ ਵਿਚਾਰ ਅੱਗੇ ਵਿਚਾਰਾਂਗੇ। ਸੋ ਸਮੇਂ ਸਿਰ ਪਹੁੰਚਿਆ ਕਰੋ ਪ੍ਰੇਮੀਓ, ਬਹਿ ਕਰਕੇ ਮਹਾਰਾਜ ਦੇ ਬਚਨ ਸਰਵਣ ਕਰਿਆ ਕਰੋ। ਕੋਈ ਗਿਆਨ ਦੀ ਗੱਲ ਸਾਡੇ ਅੰਦਰ ਵਸ ਜਾਏ। ਇੱਥੇ ਆਉਣਾ, ਜਾਗਣਾ, ਸਾਡਾ ਨੀਂਦ ਦਾ ਤਿਆਗਣਾ ਲੇਖੇ 'ਚ ਲੱਗ ਸਕਦਾ ਹੈ। ਨਹੀਂ ਵੀ ਆਵਾਗਮਨ ਦਾ ਚੱਕਰ ਜਿਹੜਾ ਐਵੇਂ ਨਹੀਂ ਮੁੱਕਣਾ। ਫਿਰ ਗਿਆਨ ਜ਼ਰੂਰੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਰੋਜ਼ ਆਉਂਦੇ ਆ, ਕੁਛ ਗਿਆਨ ਹੁੰਦਾ ਜਾਂ ਨਾ ਹੁੰਦਾ। ਅੰਦਰ ਝਾਤੀ ਮਾਰੀਏ ਕਿ ਕੇਵਲ ਮੈਂ ਗੇੜੇ ਮਾਰਨ ਤੱਕ ਤਾਂ ਨਹੀਂ ਸੀਮਤ। ਲੋਕ ਜਾਂਦੇ ਨੇ, ਮੈਂ ਵੀ ਜਾਉਣਾ ਆਉਣਾ, ਮੈਂ ਵੀ ਗਾਉਣਾ, ਮੈਂ ਵੀ ਸੁਣਾਉਣਾ, ਕਥਾ ਕਰਦਾ, ਬੜੀ ਦੁਨੀਆ। ਗੱਲ ਹੈ ਵੀ ਗਿਆਨ ਕਿੰਨਾ ਕੁ ਆਇਆ, ਜਿਉਣ ਦਾ ਤਰੀਕਾ ਸਲੀਕਾ ਕਿੰਨਾ ਕੁ ਪਤਾ ਲੱਗਿਆ, ਇਹ ਵੇਖਣਾ। ਇਹ ਗਿਆਨ ਰੱਖਣਾ, ਧਿਆਨ ਕਰਨਾ ਕਿ ਕੁਛ ਫਰਕ ਪਿਆ ਜਾਂ ਨਾ ਪਿਆ। ਆਓ ਜੀ, ਭੁੱਲਾਂ ਦੁਖੀਆਂ ਰਹਿੰਦੀਆਂ ਵਿਚਾਰਾਂ ਅੱਗੇ ਵਿਚਾਰਾਂਗੇ ਭਾਈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।